Welcome back, dear students, in the part 2 of second chapter of section C of 10 plus 1 class. The name of the chapter, Sparrows, written by K.A. Abbas. In the part 1, I have discussed the complete text. If you have not watched that video, you can see in the description box. प्यारे बच्चों, पार्ट 1 ਚ मैं पूरी कहानी समझा चुकी हाँ। ਜੇ ਤੁਸੀਂ ਉਹ ਪਾਰਟ ਨਹੀਂ ਦੇਖਿਆ ਤਾਂ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਹੈ, ਉੱਥੋਂ ਦੇਖ ਲਵੋ। ਟੁਡੇ ਵਿਲ ਡਿਸਕਸ ਦ ਕੁਐਸਚਨ ਆਨਸਰਸ। ਫਸਟ ਆਫ ਆਲ ਦ ਸ਼ਾਰਟ ਆਨਸਰ ਟਾਈਪ ਕੁਐਸਚਨ ਆਨਸਰਸ। Question number 1. What was Rahim Khan's occupation? It means, what was he doing to earn his bread? Rahim Khan ਦਾ ਕਿੱਤਾ ਕੀ ਸੀ? Answer. Rahim Khan was a farmer. ਉਹ ਇੱਕ ਕਿਸਾਨ ਸੀ। Question number 2. Dash he walked with a haughty and unfriendly air. What does this suggest about his reputation in the village? ਇਹ ਜੋ ਸਤਰ ਸਾਡੇ ਸਾਹਮਣੇ ਹੈ, ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਇੱਕ ਅਜਿਹੀ ਹਵਾ ਲੈ ਕੇ ਚੱਲਦਾ ਹੈ ਜਿਸ ਵਿੱਚ ਠਿਠਾਈ, ਨਫ਼ਰਤ ਅਤੇ ਦੂਸਰਿਆਂ ਨਾਲ ਗੈਰ ਦੋਸਤਾਨਾ ਸੰਬੰਧ ਹਨ। ਇੱਥੋਂ ਕੀ ਪਤਾ ਲੱਗਦਾ ਹੈ ਕਿ ਪਿੰਡ 'ਚ ਉਹਦਾ ਕਿਹੋ ਜਿਹਾ ਸਥਾਨ ਸੀ? ਆਨਸਰ. This suggests that his reputation in the village was not good. All called him a hard-hearted devil. ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪਿੰਡ 'ਚ ਉਸ ਦਾ ਸਥਾਨ ਕੋਈ ਜ਼ਿਆਦਾ ਵਧੀਆ ਨਹੀਂ ਸੀ। ਸਾਰੇ ਉਸ ਨੂੰ ਇੱਕ ਪੱਥਰ ਦਿਲ ਰਾਖਸ਼ ਕਹਿੰਦੇ ਸਨ। Question number 3. What does the phrase cautious whispers suggest about the attitude of the villagers toward Rahim Khan? Respect, fear, or mixture of both? Answer. This phrase suggests that villagers had an attitude of fear. ਸੋ ਇਸ ਕਹਾਣੀ ਦੇ ਵਿੱਚ ਇੱਕ ਜਗ੍ਹਾ ਸ਼ਬਦ ਆਉਂਦੇ ਹਨ, ਕੌਸ਼ੀਅਸ ਵਿਸਪਰਸ। ਬੜੇ ਹੀ ਧਿਆਨ ਨਾਲ ਹੌਲੀ ਹੌਲੀ ਆਵਾਜ਼ ਵਿੱਚ ਗੱਲਾਂ ਕੀਤੀਆਂ। ਇਸ ਤੋਂ ਕੀ ਪਤਾ ਲੱਗਦਾ ਹੈ ਕਿ ਪਿੰਡ ਵਾਲਿਆਂ ਦਾ ਉਸ ਦੇ ਪ੍ਰਤੀ ਨਜ਼ਰੀਆ ਕਿਹੋ ਜਿਹਾ ਸੀ? ਕੀ ਉਹ ਰਿਸਪੈਕਟ ਜਾਂ ਸਨਮਾਨ ਕਰਦੇ ਸੀ, ਫੀਅਰ ਜਾਂ ਡਰਦੇ ਸੀ, ਜਾਂ ਫਿਰ ਮਿਕਸਚਰ ਆਫ ਬੋਥ ਯਾਨੀ ਕਿ ਸਨਮਾਨ ਭਰਿਆ ਡਰ ਸੀ? ਸੋ ਇਸ ਫਰੇਜ਼ ਤੋਂ ਸਾਨੂੰ ਇੱਕੋ ਹੀ ਗੱਲ ਪਤਾ ਲੱਗਦੀ ਹੈ ਕਿ ਪਿੰਡ ਦੇ ਲੋਕ ਉਸ ਤੋਂ ਡਰਦੇ ਸੀ, ਕਿਉਂਕਿ ਉਸ ਨੂੰ ਨਾ ਸਨਮਾਨ ਅਤੇ ਨਾ ਹੀ ਪਿਆਰ, ਦੋਵਾਂ 'ਚੋਂ ਕੋਈ ਵੀ ਚੀਜ਼ ਲੋਕਾਂ ਤੋਂ ਨਹੀਂ ਮਿਲਦੀ ਸੀ। Question number 4. The other day he very nearly killed my mare, said the Zeldar. Was Rahim Khan entirely to blame? Answer. No. Rahim Khan was not entirely to be blamed. Zeldar's sons had sent the mare to Rahim Khan's field. Dear students, it is to be blamed. One B is extra, you can cut it. ਤਾਂ ਇਸ ਦੇ ਵਿੱਚ ਪੁੱਛਿਆ ਜਾ ਰਿਹਾ ਕਿ ਜਦੋਂ ਜ਼ੈਲਦਾਰ ਇਹ ਗੱਲ ਕਹਿੰਦਾ ਹੈ ਕਿ ਇੱਕ ਦਿਨ ਤਾਂ ਉਸਨੇ ਮੇਰੀ ਘੋੜੀ ਨੂੰ ਲਗਭਗ ਮਾਰ ਹੀ ਦਿੱਤਾ ਸੀ, ਕੀ ਉਸ 'ਚ ਇਕੱਲੇ ਰਹੀਮ ਖਾਨ ਦਾ ਹੀ ਕਸੂਰ ਸੀ? ਨਹੀਂ, ਇਕੱਲੇ ਰਹੀਮ ਖਾਨ ਦਾ ਕਸੂਰ ਨਹੀਂ ਸੀ, ਕਿਉਂਕਿ ਜ਼ੈਲਦਾਰ ਦੇ ਆਪਣੇ ਬੇਟਿਆਂ ਨੇ ਹੀ ਇੱਕ ਸਾਜ਼ਿਸ਼ ਦੇ ਤਹਿਤ ਘੋੜੀ ਨੂੰ ਰਹੀਮ ਖਾਨ ਦੇ ਖੇਤਾਂ ਵਿੱਚ ਭੇਜਿਆ ਸੀ, ਪਰ ਇਹ ਗੱਲ ਉਸਨੇ ਕਿਸੇ ਨੂੰ ਨਹੀਂ ਦੱਸੀ। Question number 5. What news did Rahim Khan get on returning to his hut? Had his wife left him, or was she visiting her brother? What do you think? Answer. Rahim Khan got the news that his wife had gone to visit her brother. But from Rahim Khan's reaction, we can guess that she had left him. ਪੰਜਵਾਂ ਪ੍ਰਸ਼ਨ ਹੈ ਕਿ ਜਦੋਂ ਰਹੀਮ ਖਾਨ ਆਪਣੀ ਝੋਪੜੀ 'ਚ ਵਾਪਸ ਪਹੁੰਚਦਾ ਹੈ ਤਾਂ ਉਸਨੂੰ ਕੀ ਖਬਰ ਮਿਲਦੀ ਹੈ? ਕੀ ਉਸ ਦੀ ਪਤਨੀ ਸੱਚਮੁੱਚ ਉਸ ਨੂੰ ਛੱਡ ਕੇ ਚਲੀ ਗਈ ਸੀ, ਜਾਂ ਉਹ ਸਿਰਫ ਆਪਣੇ ਭਰਾ ਨੂੰ ਹੀ ਮਿਲਣ ਗਈ ਸੀ? ਤੁਸੀਂ ਕੀ ਸੋਚਦੇ ਹੋ? ਰਹੀਮ ਖਾਨ ਨੂੰ ਘਰ ਪਹੁੰਚਣ 'ਤੇ ਖਬਰ ਮਿਲਦੀ ਹੈ ਕਿ ਉਸ ਦੀ ਪਤਨੀ ਭਰਾ ਨੂੰ ਮਿਲਣ ਗਈ ਹੈ, ਪਰ ਰਹੀਮ ਖਾਨ ਦੇ ਹਾਵ ਭਾਵ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਤਾਂ ਸ਼ਾਇਦ ਛੱਡ ਹੀ ਗਈ ਹੈ। Question number 6. What was Rahim Khan's reaction when he heard his wife had gone away? Relief or unhappiness or anger or discomfort?
ਤਾਂ ਜਦੋਂ ਰਹੀਮ ਖਾਨ ਨੇ ਸੁਣਿਆ ਕਿ ਉਸਦੀ ਪਤਨੀ ਚਲੀ ਗਈ ਹੈ ਤਾਂ ਉਸ ਦੀਆਂ ਭਾਵਨਾਵਾਂ ਕੀ ਸੀ, ਉਸਦਾ ਰਿਐਕਸ਼ਨ ਕੀ ਸੀ? ਕਿ ਉਹ ਰਿਲੀਫ ਯਾਨੀ ਕਿ ਆਰਾਮ 'ਚ ਸੀ, ਅਨਹੈਪੀਨੈਸ ਮਤਲਬ ਨਾਖੁਸ਼ ਸੀ, ਐਂਗਰ ਮਤਲਬ ਗੁੱਸੇ ਸੀ, ਔਰ ਡਿਸਕੰਫਰਟ ਜਾਂ ਬੇਰਾਮੀ ਮਹਿਸੂਸ ਕਰ ਰਿਹਾ ਸੀ। ਦ ਆਂਸਰ ਇਜ਼ ਹੀ ਫੈਲਟ ਡਿਸਕੰਫਰਟ ਐਜ਼ ਇਫ ਨੈਸੈਸਰੀ ਪੀਸ ਆਫ ਫਰਨੀਚਰ ਹੈਡ ਬੀਨ ਰਿਮੂਵਡ। ਤੁਸੀਂ ਅਗਰ ਕਹਾਣੀ ਸੁਣੀ ਹੈ ਤਾਂ ਉਸ 'ਚ ਬੜੇ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਉਸ ਦਾ ਰਿਐਕਸ਼ਨ ਸਿਰਫ ਇੰਨਾ ਸੀ, ਉਸ ਦੀ ਬੇਰਾਮੀ ਸਿਰਫ ਇੰਨੀ ਸੀ ਜਿਵੇਂ ਕਿ ਆਪਣੇ ਘਰ 'ਚੋਂ ਆਪਾਂ ਕੋਈ ਸੋਫਾ ਜਾਂ ਬੈੱਡ ਕਿਤੋਂ ਹਟਾ ਦਈਏ ਤਾਂ ਕੁਝ ਦਿਨ ਜਿਹੜੀ ਕਮੀ ਲੱਗਦੀ ਹੈ ਉਸ ਤਰ੍ਹਾਂ ਹੀ ਉਸਨੂੰ ਮਹਿਸੂਸ ਹੋ ਰਿਹਾ ਸੀ। Question number 7. What were Rahim Khan's ambitions as a young man? Were they fulfilled? Answer. Rahim Khan had two ambitions. Number 1, he wanted to join a touring circus. Number 2, he wanted to marry a Hindu girl named Radha. No, both his ambitions were not fulfilled. So he was denied to join the circus. Dear students, this question asks that what were his two ambitions? ਰਹੀਮ ਖਾਨ ਦੇ ਇੱਕ ਨੌਜਵਾਨ ਦੇ ਤੌਰ 'ਤੇ ਕੀ ਦੋ ਇੱਛਾਵਾਂ ਸੀ? ਕੀ ਉਹਦੀਆਂ ਇੱਛਾਵਾਂ ਪੂਰੀਆਂ ਹੋਈਆਂ ਸੀ? ਰਹੀਮ ਖਾਨ ਦੀਆਂ ਦੋ ਇੱਛਾਵਾਂ ਸੀ। ਇੱਕ ਤਾਂ ਇਹ ਸੀ ਕਿ ਉਸਨੇ ਟੂਰਿੰਗ ਸਰਕਸ ਜੁਆਇਨ ਕਰਨੀ ਹੈ, ਦੂਸਰਾ ਇਹ ਕਿ ਇੱਕ ਹਿੰਦੂ ਗਰਲ ਰਾਧਾ ਨਾਲ ਉਸਨੇ ਵਿਆਹ ਕਰਨਾ ਸੀ। ਉਸਦੀਆਂ ਦੋਨੋਂ ਹੀ ਇੱਛਾਵਾਂ ਪੂਰੀਆਂ ਨਹੀਂ ਸੀ ਕੀਤੀਆਂ ਗਈਆਂ ਅਤੇ ਉਸਨੂੰ ਮਨਾ ਕਰ ਦਿੱਤਾ ਗਿਆ ਸੀ। ਕੁਐਸਚਨ ਨੰਬਰ 8. ਵਾਈ ਵਾਜ਼ ਰਹੀਮ ਖਾਨ ਨਾਟ ਏਬਲ ਟੂ ਜੁਆਇਨ ਦ ਸਰਕਸ? ਰਹੀਮ ਖਾਨ ਸਰਕਸ ਵਿੱਚ ਕਿਉਂ ਨਹੀਂ ਜਾ ਸਕਿਆ? ਆਂਸਰ. ਹਿਜ਼ ਫੈਮਿਲੀ ਸੈਡ ਦੈਟ ਸਰਕਸ ਵਰਕ ਵਾਜ਼ ਟੂ ਲੋਲੀ ਫॉर ਅ ਰਿਸਪੈਕਟੇਬਲ ਪੈਜ਼ੈਂਟ ਫੈਮਿਲੀ। ਉਸਦੇ ਪਰਿਵਾਰ ਨੇ ਕਿਹਾ ਕਿ ਇੱਕ ਕਿਸਾਨਾਂ ਦੇ ਇੱਜ਼ਤਦਾਰ ਪਰਿਵਾਰ ਦਾ ਸਰਕਸ 'ਚ ਕੰਮ ਕਰਨਾ ਬਹੁਤ ਹੀ ਘਟੀਆ ਲੱਗੇਗਾ। ਤਾਂ ਸਰਕਸ ਦਾ ਕੰਮ ਉਹਨਾਂ ਦੀ ਨਜ਼ਰ 'ਚ ਬਹੁਤ ਨਿਮਨ ਦਰਜੇ ਦਾ ਕੰਮ ਸੀ। ਕੁਐਸਚਨ ਨੰਬਰ 9. ਹਾਊ ਡਿਡ ਰਹੀਮ ਖਾਨਸ ਰੋਮਾਂਸ ਵਿਦ ਰਾਧਾ ਐਂਡ? ਆਂਸਰ. ਰਹੀਮ ਖਾਨਸ ਰੋਮਾਂਸ ਵਿਦ ਰਾਧਾ ਐਂਡਡ when she got married to a middle-aged ਬਾਨੀਆ ਰਾਮ ਲਾਲ। ਰਹੀਮ ਖਾਨ ਦਾ ਰੋਮਾਂਸ ਰਾਧਾ ਦੇ ਨਾਲ ਕਦੋਂ ਖਤਮ ਹੋਇਆ? ਰਹੀਮ ਖਾਨ ਦਾ ਰੋਮਾਂਸ ਰਾਧਾ ਨਾਲ ਉਦੋਂ ਖਤਮ ਹੋਇਆ ਜਦੋਂ ਰਾਧਾ ਦਾ ਵਿਆਹ ਇੱਕ ਅਧਖੜ ਉਮਰ ਦੇ ਬਾਣੀਆ ਰਾਮ ਲਾਲ ਨਾਲ ਕਰ ਦਿੱਤਾ ਗਿਆ। ਕੁਐਸਚਨ ਨੰਬਰ 10. Iron entered his hitherto kindly soul. Explain. It means Rahim Khan was a soft-hearted and kind man basically, but the family treated him harshly, killing all his ambitions. This made him hard-hearted and rigid man. He became rude and defiant. ਬੱਚਿਓ 10ਵਾਂ ਪ੍ਰਸ਼ਨ ਹੈ ਕਿ ਪਹਿਲਾਂ ਇੱਕ ਦਿਆਲੂ ਆਤਮਾ ਦੇ ਅੰਦਰ ਇੱਕ ਲੋਹਾ ਕਿਵੇਂ ਬਣ ਗਿਆ? ਯਾਨੀ ਕਿ ਇੱਕ ਦਿਆਲੂ ਆਤਮਾ ਲੋਹੇ ਦੀ ਪੱਥਰ ਦੀ ਕਿਵੇਂ ਬਣ ਗਈ? ਯਾਨੀ ਕਿ ਇੱਕ ਅਜਿਹਾ ਵਿਅਕਤੀ ਜਿਸ ਦਾ ਕਿ ਬੜਾ ਕੋਮਲ ਹਿਰਦਾ ਸੀ ਉਹ ਇੰਨਾ ਸਖਤ ਹਿਰਦੇ ਦਾ ਕਿਵੇਂ ਬਣ ਗਿਆ? ਆਂਸਰ. ਇਟ ਮੀਨਸ ਰਹੀਮ ਖਾਨ ਵਾਜ਼ ਅ ਸੌਫਟ ਹਾਰਟਡ ਐਂਡ ਕਾਈਂਡ ਮੈਨ ਬੇਸਿਕਲੀ। ਇਸ ਦਾ ਮਤਲਬ ਹੈ ਕਿ ਰਹੀਮ ਖਾਨ ਅਸਲ ਦੇ ਵਿੱਚ ਤਾਂ ਇੱਕ ਬਹੁਤ ਹੀ ਦਿਆਲੂ ਹਿਰਦੇ ਦਾ ਅਤੇ ਦਿਆਲੂ ਇਨਸਾਨ ਹੀ ਸੀ, ਲੇਕਿਨ ਉਸ ਦੇ ਪਰਿਵਾਰ ਨੇ ਬੜੀ ਹੀ ਸਖਤੀ ਅਤੇ ਬੜੀ ਹੀ ਕਰੂਰਤਾ ਦੇ ਨਾਲ ਉਸ ਦੀਆਂ ਇੱਛਾਵਾਂ ਨੂੰ ਖਤਮ ਕਰ ਦਿੱਤਾ, ਜਿਸ ਕਾਰਨ ਉਸ ਦਾ ਦਿਲ ਪੱਥਰ ਦਾ ਹੋ ਗਿਆ ਅਤੇ ਉਹ ਇੱਕ ਅੜੀਅਲ ਇਨਸਾਨ ਬਣ ਗਿਆ। ਇਸੇ ਕਰਕੇ ਉਸ ਦਾ ਸੁਭਾਅ ਰੁੱਖਾ ਹੋ ਗਿਆ ਅਤੇ ਉਹ ਕਿਸੇ ਦੀ ਗੱਲ ਮੰਨਣੋਂ ਹਟ ਗਿਆ। ਕੁਐਸਚਨ ਨੰਬਰ 11. Who did Rahim Khan hold responsible for the frustration of his dreams? How did he avenge himself? Answer. Rahim Khan held his wife responsible for the frustration of his dreams. He avenged himself by ill-treating his wife for 30 years. He used to beat her daily. He used to beat his sons and oxen as well. ਤਾਂ ਰਹੀਮ ਖਾਨ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੀ ਆਪਣੇ ਸਾਰੇ ਖ਼ਾਬ ਟੁੱਟਣ ਦਾ, ਆਪਣੀ ਜ਼ਿੰਦਗੀ 'ਚ ਦੁੱਖ ਆਉਣ ਦਾ, ਅਤੇ ਇਹ ਬਦਲਾ ਉਸਨੇ ਕਿਵੇਂ ਲਿਆ? ਰਹੀਮ ਖਾਨ ਆਪਣੀ ਪਤਨੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦਾ ਸੀ ਅਤੇ ਉਹ ਆਪਣਾ ਸਾਰਾ ਗੁੱਸਾ ਅਤੇ ਆਪਣੀ ਸਾਰੀ ਫਰਸਟ੍ਰੇਸ਼ਨ ਆਪਣੀ ਪਤਨੀ ਉੱਤੇ ਕੱਢ ਦਿੰਦਾ ਸੀ।
ਬਦਲਾ ਲੈਣ ਲਈ ਉਹ ਉਸਨੂੰ 30 ਸਾਲ ਤੱਕ ਹਰ ਰੋਜ਼ ਦੀ ਤਰ੍ਹਾਂ ਮਾਰਦਾ ਰਿਹਾ। ਸਿਰਫ ਉਸ ਨੂੰ ਹੀ ਕੁੱਟਦਾ ਨਹੀਂ ਸੀ ਬਲਕਿ ਆਪਣੇ ਬੇਟਿਆਂ ਨੂੰ ਤੇ ਆਪਣੇ ਬਲਦਾਂ ਨੂੰ ਵੀ ਕੁੱਟਦਾ ਸੀ। Question number 12. Something made Rahim Khan desist from wrecking the sparrow's nest. What do you think it was? What influence did the nest have on him? Answer. His basic kind and loving nature desisted him from wrecking the nest. The nest had a healing effect on his aching soul. ਤਾਂ 12ਵਾਂ ਪ੍ਰਸ਼ਨ ਹੈ ਕਿ ਕੀ ਉਹ ਚੀਜ਼ ਸੀ ਜਿਸ ਨੇ ਉਸ ਨੂੰ ਚਿੜੀਆਂ ਦਾ ਆਲ੍ਹਣਾ ਤੋੜਨ ਤੋਂ ਰੋਕ ਲਿਆ। ਤੁਹਾਡੀ ਨਜ਼ਰ ਦੇ ਵਿੱਚ ਕਿਹੜੀ ਉਹ ਗੱਲ ਸੀ ਜਿਸ ਕਰਕੇ ਉਸਨੇ ਆਲ੍ਹਣਾ ਨਹੀਂ ਤੋੜਿਆ? ਇਸ ਦਾ ਜਵਾਬ ਹੈ ਕਿ ਉਸ ਦਾ ਅਸਲੀ ਸੁਭਾਅ ਬਹੁਤ ਹੀ ਦਿਆਲੂ ਸੀ ਅਤੇ ਉਸ ਦੇ ਅੰਦਰ ਬਹੁਤ ਹੀ ਪਿਆਰ ਭਰਿਆ ਹੋਇਆ ਸੀ। ਉਹੀ ਦਿਆਲਤਾ ਅਤੇ ਪਿਆਰ ਨੇ ਉਸ ਨੂੰ ਉਹ ਨੈਸਟ ਤੋੜਨ ਤੋਂ ਮਨ੍ਹਾ ਕੀਤਾ। ਇਸ ਚਿੜੀਆਂ ਅਤੇ ਉਹਨਾਂ ਦੇ ਆਲ੍ਹਣੇ ਦਾ ਉਸ ਦੀ ਆਤਮਾ ਦੇ ਉੱਤੇ ਇੱਕ ਬਹੁਤ ਹੀ ਆਰਾਮ ਦੇਣ ਵਾਲਾ ਪ੍ਰਭਾਵ ਪਿਆ। Question number 13. Can you say how Rahim Khan left when the group of children ran away from him? Can you say how Rahim Khan felt when the group of children ran away from him? Answer. Rahim Khan felt love for the children as his original loving self was back by then. ਤਾਂ ਕੀ ਤੁਸੀਂ ਕਹਿ ਸਕਦੇ ਹੋ ਕਿ ਰਹੀਮ ਖਾਨ ਨੇ ਕੀ ਮਹਿਸੂਸ ਕੀਤਾ ਜਦੋਂ ਬੱਚਿਆਂ ਦਾ ਝੁੰਡ ਉਸ ਨੂੰ ਦੇਖਦੇ ਹੀ ਭੱਜਣ ਲੱਗਾ? ਰਹੀਮ ਖਾਨ ਨੇ ਉਹਨਾਂ ਬੱਚਿਆਂ ਲਈ ਪਿਆਰ ਮਹਿਸੂਸ ਕੀਤਾ ਸੀ ਅਤੇ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਹੁਣ ਉਸ ਦਾ ਅਸਲੀ ਪਿਆਰ ਕਰਨ ਵਾਲਾ ਸੁਭਾਅ ਵਾਪਸ ਆ ਚੁੱਕਾ ਸੀ, ਪਰ ਬੱਚਿਆਂ ਨੂੰ ਨਹੀਂ ਪਤਾ ਸੀ, ਇਸ ਲਈ ਉਹ ਡਰ ਕੇ ਭੱਜ ਗਏ। Question number 14. How did Rahim Khan get drenched? What was his only worry, even during the last moments of his life? Answer. He got drenched while repairing the roof of the hut in heavy rain. His only worry at that time was who would feed the sparrows. ਤਾਂ ਰਹੀਮ ਖਾਨ ਭਿੱਜ ਕਿਵੇਂ ਗਿਆ ਤੇ ਅੰਤਿਮ ਸਮੇਂ ਉਸ ਦੀ ਇੱਕੋ ਇੱਕ ਚਿੰਤਾ ਕੀ ਸੀ? ਰਹੀਮ ਖਾਨ ਉਦੋਂ ਭਿੱਜਾ ਜਦੋਂ ਭਾਰੀ ਬਾਰਿਸ਼ ਦੇ ਵਿੱਚ ਝੋਪੜੀ ਦੀ ਛੱਤ ਠੀਕ ਕਰਨ ਲੱਗਾ ਤਾਂ ਕਿ ਉਹ ਚਿੜੀਆਂ ਨੂੰ ਪਾਣੀ ਤੋਂ ਬਚਾ ਸਕੇ ਅਤੇ ਉਸ ਦੀ ਇੱਕੋ ਇੱਕ ਚਿੰਤਾ ਮਰਨ ਵੇਲੇ ਇਹੀ ਸੀ ਕਿ ਉਸ ਦੇ ਜਾਣ ਤੋਂ ਬਾਅਦ ਇਹਨਾਂ ਚਿੜੀਆਂ ਨੂੰ ਚੋਗਾ ਕੌਣ ਪਾਏਗਾ। Question number 15. What does Rahim Khan's behavior towards the sparrows show about his own nature? ਤਾਂ ਰਹੀਮ ਖਾਨ ਦੇ ਸੁਭਾਅ ਬਾਰੇ ਸਾਨੂੰ ਕੀ ਪਤਾ ਲੱਗਦਾ ਹੈ? ਕਿੱਥੋਂ? ਚਿੜੀਆਂ ਦੇ ਪ੍ਰਤੀ ਉਸ ਦੇ ਵਿਵਹਾਰ ਤੋਂ। Rahim Khan's behavior towards the sparrows shows that he was actually a very caring and loving man, but nobody could understand him. ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਉਹ ਅਸਲ ਦੇ ਵਿੱਚ ਬਹੁਤ ਹੀ ਚੰਗਾ ਅਤੇ ਦੂਜਿਆਂ ਨੂੰ ਪਿਆਰ ਕਰਨ ਵਾਲਾ ਅਤੇ ਧਿਆਨ ਰੱਖਣ ਵਾਲਾ ਇਨਸਾਨ ਸੀ, ਪਰ ਪੂਰੀ ਜ਼ਿੰਦਗੀ ਇਹ ਗੱਲ ਕੋਈ ਸਮਝ ਨਹੀਂ ਸਕਿਆ। 16th. Friends keep vigil over the body of a dear one. Who kept vigil over the body of Rahim Khan? Answer. The sparrows kept vigil over the body of Rahim Khan. ਸੋ 16ਵੇਂ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਜਦੋਂ ਵੀ ਕਿਸੇ ਦੀ ਮ੍ਰਿਤਿੂ ਹੁੰਦੀ ਹੈ ਤਾਂ ਪਾਰਥਿਵ ਸਰੀਰ ਜਾਂ ਮ੍ਰਿਤ ਸਰੀਰ ਦੇ ਆਸ-ਪਾਸ ਉਸਦੇ ਰਿਸ਼ਤੇਦਾਰ ਹੁੰਦੇ ਹਨ, ਉਸਦੇ ਪਿਆਰ ਕਰਨ ਵਾਲੇ ਜਾਂ ਉਸਦਾ ਪਰਿਵਾਰ ਹੁੰਦਾ ਹੈ। ਤਾਂ ਰਹੀਮ ਖਾਨ ਦੇ ਮ੍ਰਿਤ ਸਰੀਰ ਕੋਲ ਕੌਣ ਸੀ? ਰਹੀਮ ਖਾਨ ਦੇ ਮ੍ਰਿਤ ਸਰੀਰ ਕੋਲ ਉਸਦਾ ਧਿਆਨ ਰੱਖ ਰਹੀਆਂ ਸਨ ਚਿੜੀਆਂ। ਨੈਕਸਟ ਮੋਸਟ ਇੰਪੋਰਟੈਂਟ ਕੁਐਸਚਨ ਇਜ਼ ਰਾਈਟ ਅ ਕੈਰੈਕਟਰ ਸਕੈਚ ਆਫ ਰਹੀਮ ਖਾਨ and you are to write in 150 words. Dear students, in character sketch you are to tell everything about the character and his nature. So first of all, Rahim Khan was a farmer. His reputation in the village was not good. He was judged as a hard-hearted devil. So ਕਹਾਣੀ ਦੇ ਸ਼ੁਰੂ 'ਚ ਸਾਨੂੰ ਪਤਾ ਲੱਗਦਾ ਹੈ ਕਿ ਰਹੀਮ ਖਾਨ ਇੱਕ ਕਿਸਾਨ ਹੈ ਜਿਸ ਦੀ ਪਿੰਡ ਵਿੱਚ ਜ਼ਿਆਦਾ ਕੋਈ ਵਧੀਆ ਸਾਖ ਨਹੀਂ ਹੈ। ਸਾਰੇ ਉਸ ਨੂੰ ਇੱਕ ਪੱਥਰ ਦਿਲ ਰਾਖਸ਼ਸ ਕਹਿ ਕੇ ਬੁਲਾਉਂਦੇ ਹਨ। ਪੀਪਲ ਅਵੋਇਡਡ ਹਿਮ ਡਿਊ ਟੂ ਹਿਜ਼ ਰੂਡਨੈਸ। ਉਹ ਇੰਨਾ ਰੁੱਖਾ ਹੈ ਅਤੇ ਲੋਕ ਉਸ ਤੋਂ ਦੂਰ ਭੱਜਦੇ ਹਨ। ਬਟ ਐਕਚੁਅਲੀ ਰਹੀਮ ਖਾਨ ਵਾਜ਼ ਕਾਈਂਡ ਐਂਡ ਲਵਿੰਗ। ਹੀ ਬਿਕੇਮ ਹਾਰਡ ਓਨਲੀ ਵੈਨ ਹਿਜ਼ ਪੈਰੈਂਟਸ ਕਿਲਡ ਹਿਜ਼ ਐਂਬੀਸ਼ਨਸ। ਸੋ ਜਦੋਂ ਅਸੀਂ ਕਹਾਣੀ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਬੜਾ ਦਿਆਲੂ ਅਤੇ ਬੜਾ ਪਿਆਰ ਕਰਨ ਵਾਲਾ ਇਨਸਾਨ ਸੀ, ਪਰ ਉਸਦੀਆਂ ਇੱਛਾਵਾਂ ਨੂੰ ਇੰਨੀ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਕਿ ਉਹ ਸਖਤ ਦਿਲ ਹੋ ਗਿਆ।
He was an excellent athlete when he was young. He wanted to join a touring circus and he also wanted to marry a Hindu girl named Radha. ਤਾਂ ਜਦੋਂ ਉਹ ਨੌਜਵਾਨ ਸੀ, ਬਹੁਤ ਵਧੀਆ ਐਥਲੀਟ ਸੀ, ਕੋਈ ਉਸਨੂੰ ਹਰਾ ਨਹੀਂ ਸੀ ਸਕਦਾ, ਨਾ ਹੀ ਰੈਸਲਿੰਗ 'ਚ ਅਤੇ ਨਾ ਹੀ ਸਵਿਮਿੰਗ। ਰੈਸਲਿੰਗ ਮਤਲਬ ਕੁਸ਼ਤੀ, ਸਵਿਮਿੰਗ ਮਤਲਬ ਤੈਰਾਕੀ। ਔਰ ਉਸਦੀਆਂ ਦੋ ਇੱਛਾਵਾਂ ਸਨ। ਇੱਕ ਤਾਂ ਇਹ ਸੀ ਕਿ ਉਸਨੇ ਇੱਕ ਸਰਕਸ ਦੇ ਵਿੱਚ ਕੰਮ ਕਰਨਾ ਹੈ, ਦੂਸਰੀ ਇਹ ਕਿ ਰਾਧਾ ਜੋ ਇੱਕ ਹਿੰਦੂ ਲੜਕੀ ਸੀ ਉਹਦੇ ਨਾਲ ਵਿਆਹ ਕਰਨਾ ਹੈ। ਬੋਥ ਹਿਜ਼ ਐਂਬਿਸ਼ਨਸ ਵਰ ਡਿਨਾਈਡ। ਇਟ ਮੇਡ ਹਿਮ ਰਿਵੈਂਜਫੁਲ। ਹੀ ਹੈਡ ਅ ਨਿਗਾਹ ਅਗੇਂਸਟ ਹਿਜ਼ ਵਿਸ਼। ਸੋ ਇਹ ਦੋਨੋਂ ਹੀ ਇੱਛਾਵਾਂ ਉਸਦੀਆਂ ਮਨਾ ਕਰ ਦਿੱਤੀਆਂ ਗਈਆਂ। ਉਹ ਰਿਵੈਂਜਫੁਲ ਹੋ ਗਿਆ, ਉਸ ਦਾ ਦਿਲ ਬਦਲਾ ਲੈਣ ਦੀ ਭਾਵਨਾ ਨਾਲ ਭਰ ਗਿਆ ਅਤੇ ਉਸ ਦੀ ਇੱਛਾ ਦੇ ਵਿਰੁੱਧ ਉਸ ਦਾ ਨਿਕਾਹ ਵੀ ਕਰ ਦਿੱਤਾ ਗਿਆ। So he saw his wife as a symbol of injustice to him. He used to beat her. He used to beat his sons and oxen as well. Nobody tried to understand the reason behind this and all labeled him as a beast. ਤਾਂ ਉਸ ਨੂੰ ਆਪਣੀ ਪਤਨੀ ਨੂੰ ਦੇਖ ਕੇ ਹਮੇਸ਼ਾ ਲੱਗਦਾ ਕਿ ਚਿੰਨ੍ਹ ਹੈ ਉਸ ਸਾਰੀ ਨਾਇਨਸਾਫੀ ਦਾ ਜੋ ਮੇਰੇ ਨਾਲ ਹੋਈ ਹੈ। ਉਹ ਉਸ ਨੂੰ ਮਾਰਦਾ ਸੀ, ਉਹ ਆਪਣੇ ਬੇਟਿਆਂ ਨੂੰ ਵੀ ਮਾਰਦਾ ਸੀ, ਉਹ ਬਲਦਾਂ ਨੂੰ ਵੀ ਮਾਰਦਾ ਸੀ। ਕਿਸੇ ਨੇ ਉਸ ਦੇ ਇਸ ਰੁੱਖੇਪਣ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਾਰਿਆਂ ਨੇ ਉਸ ਦੇ ਉੱਤੇ ਇੱਕ ਲੇਬਲ ਲਗਾ ਦਿੱਤਾ, ਉਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਜਾਨਵਰ ਹੈ। ਬਟ ਵੈਨ ਹੀ ਵਾਜ਼ ਲੈਫਟ ਬਾਈ ਆਲ, he came across sparrows in his hut. The sparrows reactivated his original loving nature. He cared for sparrows daily. He fed those sparrows. The sparrows also loved him. This healed his bruised inner self. He started feeling happy again. ਤਾਂ ਉਸ ਦਾ ਇਹ ਰੁੱਖਾਪਨ ਕਦੋਂ ਖਤਮ ਹੋਣਾ ਸ਼ੁਰੂ ਹੋਇਆ? ਜਦੋਂ ਸਾਰੇ ਉਸ ਨੂੰ ਛੱਡ ਕੇ ਚਲੇ ਗਏ, ਉਹ ਇਕੱਲਾ ਰਹਿ ਗਿਆ। ਤਾਂ ਉੱਥੇ ਚਿੜੀਆਂ ਨਾਲ ਉਸ ਦੀ ਦੋਸਤੀ ਹੋ ਗਈ ਜੋ ਉਸ ਦੀ ਝੋਪੜੀ ਦੀ ਛੱਤ ਦੇ ਵਿੱਚ ਆਲਣੇ ਵਿੱਚ ਰਹਿੰਦੀਆਂ ਸਨ। ਤਾਂ ਇਹਨਾਂ ਚਿੜੀਆਂ ਨੇ ਰੀਐਕਟੀਵੇਟ ਕਰ ਦਿੱਤਾ, ਦੁਬਾਰਾ ਜਗਾ ਦਿੱਤਾ ਕਿਸ ਚੀਜ਼ ਨੂੰ? ਹਿਜ਼ ਲਵਿੰਗ ਨੇਚਰ, ਉਸ ਦਾ ਜਿਹੜਾ ਪਿਆਰ ਕਰਨ ਵਾਲਾ ਸੁਭਾਅ ਸੀ। ਉਹ ਚਿੜੀਆਂ ਦਾ ਬਹੁਤ ਧਿਆਨ ਰੱਖਦਾ, ਉਹਨਾਂ ਨੂੰ ਹਰ ਰੋਜ਼ ਚੋਗਾ ਪਾਉਂਦਾ ਸੀ, ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਦੇ ਨਾਲ ਉਸ ਦੇ ਅੰਦਰ ਜੋ ਜ਼ਖਮ ਸੀ ਉਸ ਦੀ ਆਤਮਾ ਤੋਂ ਭਰਨੇ ਸ਼ੁਰੂ ਹੋ ਗਏ। ਉਹ ਦੁਬਾਰਾ ਖੁਸ਼ ਮਹਿਸੂਸ ਕਰਨ ਲੱਗਾ। In his last moments, he was worried who would feed sparrows. Even when he died, sparrows were by his side. We can conclude that Rahim Khan was caring and loving, but he remained misunderstood all his life. ਤਾਂ ਇਸ ਲਈ ਜਦੋਂ ਉਸ ਦੀ ਮ੍ਰਿਤਿੂ ਵੀ ਹੁੰਦੀ ਹੈ ਤਾਂ ਚਿੜੀਆਂ ਹੀ ਸੀ ਜੋ ਉਸ ਦੇ ਆਸ-ਪਾਸ ਸੀ। ਅਸਲ 'ਚ ਰਹੀਮ ਖਾਨ ਇੱਕ ਬਹੁਤ ਹੀ ਦੂਸਰਿਆਂ ਦਾ ਪਿਆਰ ਅਤੇ ਪਰਵਾਹ ਕਰਨ ਵਾਲਾ ਇਨਸਾਨ ਸੀ, ਪਰ ਪੂਰੀ ਜ਼ਿੰਦਗੀ ਉਸਨੂੰ ਕਿਸੇ ਨੇ ਨਹੀਂ ਸਮਝਿਆ, ਬਲਕਿ ਗਲਤ ਸਮਝਿਆ। Question number 2. Rahim Khan was known to be cruel and heartless. Briefly trace the incidents which changed his nature. ਤਾਂ ਰਹੀਮ ਖਾਨ ਨੂੰ ਸਾਰੇ ਹੀ ਪੱਥਰ ਦਿਲ ਕਹਿੰਦੇ ਸੀ। ਅਜਿਹੀਆਂ ਘਟਨਾਵਾਂ ਦੱਸੋ ਜਦੋਂ ਉਸ ਦਾ ਸੁਭਾਅ ਬਦਲਿਆ। When he was left by all, he came across sparrows. ਤਾਂ ਉਸ ਦਾ ਸੁਭਾਅ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ? ਚਿੜੀਆਂ ਦਾ। Sparrows reactivated his original loving nature. ਤਾਂ ਉਹਦਾ ਜਿਹੜਾ ਪਿਆਰ ਕਰਨ ਵਾਲਾ ਅਸਲੀ ਸੁਭਾਅ ਸੀ ਉਹ ਚਿੜੀਆਂ ਕਰਕੇ ਵਾਪਿਸ ਆ ਗਿਆ। When the little sparrows attacked him to save their nest, he was impressed. ਜਦੋਂ ਉਹ ਛੋਟੇ ਛੋਟੇ ਬੋਟਾਂ ਨੂੰ ਦੇਖਣ ਲੱਗਾ ਤਾਂ ਜੋ ਵੱਡੇ ਚਿੜਾ ਅਤੇ ਚਿੜੀ ਸੀ ਉਹਨਾਂ ਨੇ ਉਸ 'ਤੇ ਚੁੰਝਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਬਹਾਦਰੀ ਦੇਖ ਕੇ ਉਹ ਬਹੁਤ ਮੁਤਾਸਿਰ ਹੋਇਆ, ਬਹੁਤ ਹੀ ਪ੍ਰਭਾਵਿਤ ਹੋਇਆ। He admired their bravery. ਉਹ ਮਨ ਹੀ ਮਨ ਉਹਨਾਂ ਦੀ ਬਹਾਦਰੀ ਦੀ ਸਿਫਤ ਕਰਨ ਲੱਗਾ। He fed those sparrows daily till his last breath. ਆਪਣੇ ਆਖਰੀ ਸਾਹ ਤੱਕ ਉਹ ਚਿੜੀਆਂ ਨੂੰ ਚੋਗਾ ਪਾਉਂਦਾ ਰਿਹਾ। The sparrows also loved him. ਅਤੇ ਬਦਲੇ 'ਚ ਚਿੜੀਆਂ ਵੀ ਉਸ ਨੂੰ ਬਹੁਤ ਪਿਆਰ ਕਰਦੀਆਂ ਸੀ। This healed his bruised inner self. ਇਸ ਦੇ ਨਾਲ ਜਿਹੜਾ ਉਸਦਾ ਅੰਤਰਮਨ ਜ਼ਖਮੀ ਸੀ ਉਹ ਉਸ ਦੇ ਜ਼ਖਮ ਭਰਨੇ ਸ਼ੁਰੂ ਹੋ ਗਏ, ਕਿਉਂਕਿ ਇਸ ਤਰ੍ਹਾਂ ਦੇ ਇਨਸਾਨਾਂ ਦੇ ਅੰਦਰ ਪਿਆਰ ਦੀ ਕਮੀ ਹੁੰਦੀ ਹੈ ਔਰ ਪਿਆਰ ਮਿਲਦੇ ਹੀ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਵਧੀਆ ਬਣਨਾ ਸ਼ੁਰੂ ਹੋ ਜਾਂਦਾ ਹੈ। ਹੀ ਸਟਾਰਟਡ ਫੀਲਿੰਗ ਹੈਪੀ ਅਗੇਨ। ਇਸ ਲਈ ਰਹੀਮ ਖਾਨ ਵੀ ਦੁਬਾਰਾ ਖੁਸ਼ ਰਹਿਣ ਲੱਗਾ। ਹੀ ਈਵਨ ਪ੍ਰੀਪੇਅਰਡ ਲੀਕਿੰਗ ਪ੍ਰੂਫ ਇਨ ਹੈਵੀ ਰੇਨ ਟੂ ਸੇਵ ਸਪੈਰੋਜ਼.
ਉਸ ਦਾ ਪਿਆਰ ਇਸ ਹੱਦ ਤੱਕ ਵੱਧ ਗਿਆ ਕਿ ਭਾਰੀ ਮੀਂਹ ਦੇ ਵਿੱਚ ਚਿੜੀਆਂ ਨੂੰ ਮੀਂਹ ਤੋਂ ਬਚਾਉਣ ਲਈ ਉਹ ਮੀਂਹ ਦੀ ਛੱਤ ਦੀ ਮੁਰੰਮਤ ਕਰਨ ਚਲਾ ਗਿਆ। ਹੀ ਫੈਲ ਸਿਕ ਆਫਟਰ ਇਟ। ਇਸ ਤੋਂ ਬਾਅਦ ਉਹ ਬਿਮਾਰ ਹੋ ਗਿਆ। ਇਨ ਹਿਜ਼ ਲਾਸਟ ਮੂਮੈਂਟਸ ਹੀ ਵਾਜ਼ ਵਰਿਡ ਹੂ ਵੁੱਡ ਫੀਡ ਸਪੈਰੋਜ਼। ਬਲਕਿ ਅੰਤ ਸਮੇਂ ਵੀ ਉਹ ਇਹ ਸੋਚਦਾ ਇਸ ਦੁਨੀਆ ਤੋਂ ਗਿਆ ਕਿ ਉਸ ਦੇ ਜਾਣ ਤੋਂ ਬਾਅਦ ਇਹਨਾਂ ਚਿੜੀਆਂ ਨੂੰ ਚੋਗਾ ਕੌਣ ਪਾਏਗਾ। ਈਵਨ ਵੈਨ ਹੀ ਡਾਈਡ ਸਪੈਰੋਜ਼ ਵਰ ਬਾਏ ਹਿਜ਼ ਸਾਈਡ। ਆਖਰੀ ਸਮੇਂ ਵੀ ਚਿੜੀਆਂ ਹੀ ਉਸ ਦੇ ਨਾਲ ਸਨ। We can conclude that Rahim Khan was caring and loving, but he remained misunderstood all his life. ਸੋ ਆਖਰੀ ਲਾਈਨ ਤੁਸੀਂ ਸੇਮ ਹੀ ਰੱਖ ਸਕਦੇ ਹੋ ਕਿ ਉਹ ਬਹੁਤ ਚੰਗਾ ਸੀ, ਦੂਸਰਿਆਂ ਦਾ ਧਿਆਨ ਰੱਖਦਾ ਸੀ, ਪਰ ਪੂਰੀ ਜ਼ਿੰਦਗੀ ਉਸਨੂੰ ਕੋਈ ਸਮਝ ਨਹੀਂ ਸਕਿਆ। Question number 3 and the last question. What is the message conveyed in the story? Explain. It means the theme of the story. The story gives a deep psychological message. The writer wants to convey that if a person is defiant and rude, it may be due to his unexpressed pain. ਤਾਂ ਇਹ ਕਹਾਣੀ ਬੱਚਿਓ ਬਹੁਤ ਹੀ ਡੂੰਘਾ ਮਨੋਵਿਗਿਆਨਿਕ ਸੁਨੇਹਾ ਦਿੰਦੀ ਹੈ। ਲੇਖਕ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਜਦੋਂ ਕੋਈ ਇਨਸਾਨ ਅੜੀਅਲ ਹੁੰਦਾ ਹੈ, ਜ਼ਿੱਦੀ ਹੁੰਦਾ ਹੈ, ਰੁੱਖਾ ਹੁੰਦਾ ਹੈ, ਤਾਂ ਉਹ ਸਿਰਫ ਇਸ ਕਰਕੇ ਹੁੰਦਾ ਹੈ ਕਿ ਉਸ ਦੇ ਅੰਦਰ ਕੁਝ ਦਰਦ ਲੁਕਿਆ ਹੁੰਦਾ ਹੈ ਜੋ ਉਸਨੇ ਅੱਜ ਤੱਕ ਬਿਆਨ ਨਹੀਂ ਕੀਤਾ। Through the character of Rahim Khan, the author has beautifully shown how a happy and charming young athlete turned into a beast. ਤਾਂ ਰਹੀਮ ਖਾਨ ਦੇ ਚਰਿੱਤਰ ਦੁਆਰਾ ਸਾਨੂੰ ਲੇਖਕ ਕੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਵੇਂ ਇੱਕ ਖੁਸ਼ ਅਤੇ ਚੁਲਬੁਲਾ ਨੌਜਵਾਨ ਬਿਲਕੁਲ ਇੱਕ ਜਾਨਵਰ ਬਣ ਗਿਆ। ਕਿਸ ਕਾਰਨ? ਕਿਉਂਕਿ ਲੋਕਾਂ ਨੇ ਉਸਨੂੰ ਨਹੀਂ ਸਮਝਿਆ। ਓਨਲੀ ਬਿਕੋਜ਼ ਹਿਜ਼ ਫੈਮਿਲੀ ਨੈਵਰ ਅੰਡਰਸਟੂਡ ਹਿਮ। ਕਿਉਂਕਿ ਉਸਦੇ ਪਰਿਵਾਰ ਨੇ ਉਸਨੂੰ ਕਦੇ ਵੀ ਨਹੀਂ ਸਮਝਿਆ। ਦਿਸ ਮੇਡ ਹਿਮ ਰਿਵੈਂਜਫੁਲ ਐਂਡ ਡਿਫਾਇੰਟ। ਇਸ ਦੇ ਨਾਲ ਉਸ ਦੇ ਅੰਦਰ ਇੱਕ ਢਿਠਾਈ ਆ ਗਈ ਅਤੇ ਬਦਲੇ ਦੀ ਭਾਵਨਾ ਆ ਗਈ। ਸੋ ਦ ਆਥਰ ਵਾਂਟਸ ਟੂ ਕਨਵੇ ਨਾਟ ਟੂ ਜੱਜ ਅਦਰਸ। ਇਸ ਲਈ ਲੇਖਕ ਕੀ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੂਸਰਿਆਂ ਨੂੰ ਜੱਜ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਉੱਤੇ ਲੇਬਲ ਨਹੀਂ ਲਾਉਣੇ ਚਾਹੀਦੇ ਕਿ ਇਹ ਤਾਂ ਚੰਗਾ ਬੰਦਾ ਹੈ, ਤਾਂ ਖਰਾਬ ਬੰਦਾ ਹੈ, ਤਾਂ ਰਾਖਸ਼ਸ ਹੈ, ਤਾਂ ਦੇਵਤਾ ਹੈ। ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ। ਹਰ ਇਨਸਾਨ ਇੱਕ ਮਿਸ਼ਰਣ ਹੁੰਦਾ ਹੈ ਅੱਛਾਈ ਅਤੇ ਬੁਰਾਈ ਦਾ। ਹਰ ਇਨਸਾਨ ਦੇ ਵਿੱਚ ਕੁਝ ਦੋਸ਼ ਹੁੰਦੇ ਹਨ ਅਤੇ ਕੁਝ ਗੁਣ ਹੁੰਦੇ ਹਨ। ਵੀ ਸ਼ੁੱਡ ਟਰਾਈ ਟੂ ਅੰਡਰਸਟੈਂਡ ਦ ਰੀਜ਼ਨਸ ਬਿਹਾਈਂਡ ਦੇਅਰ ਬਿਹੇਵੀਅਰ। ਤਾਂ ਸਾਨੂੰ ਉਹਨਾਂ ਦੇ ਸੁਭਾਅ ਦੇ ਪਿੱਛੇ ਜੋ ਵੀ ਕਾਰਨ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਟਾਈਮਸ ਅ ਸਿੰਪਲ ਟਾਕ ਔਰ ਅਨਕੰਡੀਸ਼ਨਲ ਲਵ ਲਾਈਕ ਲਵ ਆਫ ਸਪੈਰੋਜ਼ ਇਜ਼ ਇਨਫ ਟੂ ਹੀਲ ਦੈਮ। ਕਈ ਵਾਰੀ ਸਿਰਫ ਇੱਕ ਵਾਰ ਖੁੱਲ੍ਹ ਕੇ ਗੱਲ ਕਰਨ ਨਾਲ ਹੀ ਉਹ ਇਨਸਾਨ ਠੀਕ ਹੋ ਜਾਂਦਾ ਹੈ, ਜਾਂ ਉਹਨਾਂ ਨੂੰ ਕੋਈ ਇੰਨਾ ਨਿਸਵਾਰਥ ਪਿਆਰ ਕਰੇ ਜਿਵੇਂ ਕਿ ਚਿੜੀਆਂ ਨੇ ਕੀਤਾ। ਇਸ ਦੇ ਨਾਲ ਉਹ ਇਨਸਾਨ ਆਪਣਾ ਰੁੱਖਾਪਣ ਛੱਡ ਕੇ ਫਿਰ ਵਧੀਆ ਇਨਸਾਨ ਬਣ ਜਾਂਦਾ ਹੈ। ਦਿਸ ਕੈਨ ਮੇਕ ਦੈਮ ਹੈਪੀ ਅਗੇਨ। ਇਸ ਨਾਲ ਉਹ ਦੁਬਾਰਾ ਜ਼ਿੰਦਗੀ 'ਚ ਖੁਸ਼ ਰਹਿਣਾ ਸਿੱਖ ਜਾਂਦੇ ਹਨ। ਇੰਸਟੈਡ ਆਫ ਹੇਟਿੰਗ ਦੈਮ ਵੀ ਸ਼ੁੱਡ ਐਕਸਟੈਂਡ ਅ ਹੈਲਪਿੰਗ ਹੈਂਡ। ਇਸ ਲਈ ਬੱਚੋ, ਜਦੋਂ ਵੀ ਤੁਸੀਂ ਕਿਸੇ ਰੁੱਖੇ, ਲੜਨ ਵਾਲੇ ਅਤੇ ਪਰੇਸ਼ਾਨ ਇਨਸਾਨ ਨੂੰ ਆਪਣੇ ਆਲੇ ਦੁਆਲੇ ਦੇਖਦੇ ਹੋ, ਇਸ ਪਾਠ ਨੂੰ ਯਾਦ ਕਰਨਾ, ਕਿਉਂਕਿ ਇਹ ਪਾਠ ਤੁਹਾਨੂੰ ਦੱਸਦਾ ਹੈ ਕਿ ਅਜਿਹੇ ਇਨਸਾਨ ਨੂੰ ਨਫ਼ਰਤ ਕਰਨ ਦੀ ਬਜਾਏ ਸਾਨੂੰ ਆਪਣੇ ਵੱਲੋਂ ਇੱਕ ਮਦਦ ਭਰਿਆ ਹੱਥ ਵਧਾਉਣਾ ਚਾਹੀਦਾ ਹੈ। ਉਹਨਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ, ਉਹਨਾਂ ਨੂੰ ਪਿਆਰ ਦੇਣਾ ਚਾਹੀਦਾ ਹੈ, ਉਹਨਾਂ ਨੂੰ ਆਪਣਾਪਨ ਦੇਣਾ ਚਾਹੀਦਾ ਹੈ। ਹੌਲੀ ਹੌਲੀ ਉਹਨਾਂ ਦਾ ਦਿਲ ਬਦਲਦਾ ਜਾਂਦਾ ਹੈ ਅਤੇ ਦੁਬਾਰਾ ਖੁਸ਼ ਰਹਿਣ ਲੱਗ ਜਾਂਦੇ ਹਨ। My dear students, thank you so much for being with me. And I also thank you for all the likes and comments and the conversation that you do with me. I appreciate that. ਜੋ ਵੀ ਤੁਸੀਂ ਮੈਨੂੰ ਕਮੈਂਟਸ ਦੇ ਨਾਲ, ਲਾਈਕਸ ਦੇ ਨਾਲ ਜਾਂ ਪਰਸਨਲ ਟਾਕ ਦੇ ਨਾਲ ਆਪਣੇ ਵੱਲੋਂ ਇੱਕ ਫੀਡਬੈਕ ਦਿੰਦੇ ਹੋ, ਉਹ ਬੜੀ ਕੀਮਤੀ ਹੈ। ਜੋ ਵੀ ਤੁਹਾਨੂੰ ਅੱਗੇ ਵਾਸਤੇ ਪਾਠ ਦੇ ਵਿੱਚ ਕੋਈ ਇੰਪਰੂਵਮੈਂਟ ਚਾਹੀਦੀ ਹੋਵੇ, ਤੁਸੀਂ ਮੈਨੂੰ ਬਿਨਾਂ ਕਿਸੇ ਝਿਜਕ ਤੋਂ ਦੱਸ ਸਕਦੇ ਹੋ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਅਕੋਰਡਿੰਗ ਟੂ ਦ data, 90% of the people who are watching my videos are not my subscribers. So I request you all who is watching the video, please subscribe the channel. It strengthens the channel and it motivates me to work harder for you. ਜਿੰਨੇ ਵੀ ਲੋਕ ਮੇਰੀਆਂ ਵੀਡੀਓਜ਼ ਦੇਖ ਰਹੇ ਹਨ, ਤਾਂ 90% ਅਜਿਹੇ ਹਨ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਵੀ ਕਰੋ, ਤਾਂ ਕਿ ਮੈਨੂੰ ਪ੍ਰੇਰਨਾ ਮਿਲੇ ਅਤੇ ਮੈਂ ਇਸੇ ਤਰ੍ਹਾਂ ਤੁਹਾਡੇ ਲਈ ਮਿਹਨਤ ਕਰਦੀ ਰਹਾਂ। ਥੈਂਕ ਯੂ ਸੋ ਮਚ। ਹੈਵ ਅ ਵੈਰੀ ਨਾਈਸ ਡੇ।